ਜਿਸ ਤਰ੍ਹਾਂ ਮੰਮਾ ਨੂੰ ਸੁਣਾਇਆ, ਮੰਮਾ ਦੇ ਬੀਪੀ ਪੇਸ਼ੈਂਟ ਆਉਂਦਾ, ਬੀਪੀ ਇੱਕਦਮ ਹਾਈ ਕਰ ਗਿਆ। ਮੈਨੂੰ ਫਿਰ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਿਆ, ਇੰਨੀ ਕੁਝ ਜ਼ਿਆਦਾ ਖੁਸ਼ੀ ਮਿਲ ਗਈ। फिर उसके बाद पापा भी बहुत खुश थे। नहीं रिलेटिव है क्वेश्चन? हाँ जी, मतलब ऐसे दिखा तो रहे हो कुछ। सारे समझ लो गाना करना शुरू कर दो। रिलेटिव भी देखेंगे वीडियो। रिलेटिव भी देखेंगे वीडियो, मेरे रिलेटिव है, मैं बड़ी खुश हूँ। बढ़ी ना घटे? देखो क्या है कि हमारे जो स्टूडेंट्स हैं, अपना जो सिलेक्शन बच्चे की होती है तो वो खुद ही अपने फ्रेंड्स वगैरह को सजेस्ट करते हैं हमारे लिए। तो नहीं मतलब डायरेक्ट कदे नहीं कहणगे कि बच्चे बदे ने, नजर लग जाती है इन्हां नूं। नहीं ये बस हमारे बच्चों का जो प्यार है वो रिस्पेक्ट है, बस वही है और कुछ देख लो हल्ली भी नहीं कहते वे कि बच्चे बदे ने, देख लो तुसी। रेगुलर चाहे कम पढ़ो, एक दिन भी ब्रेक नहीं लेनी है? नहीं लेनी। एक नहीं लेनी, जिस हिसाब का इस टाइम है कुछ नहीं ब्रेक लो इस टाइम। मतलब मेरे जैसे बच्चे ना एक दिन पढ़ते ते बाकी 5 दिन ब्रेक। मैं ਤੁਹਾਡੀ ਆਪਣੀ ਤਵਲੀਨ ਕੌਰ ਤੇ ਤੁਸੀਂ ਵੇਖ ਰਹੇ ਹੋ TRP। ਸਭ ਤੋਂ ਪਹਿਲੇ ਤੁਹਾਨੂੰ ਸਾਰਿਆਂ ਨੂੰ ਮੈਂ ਮੁਬਾਰਕਾਂ ਦੇਦਾ। ਮੁਬਾਰਕਾਂ ਇਹ ਫਾਈਨਲੀ ਜੇਕੇ ਬੈਂਕ ਦਾ ਜਿਹੜਾ ਰਿਜ਼ਲਟ ਜਿਹੜਾ ਫਸਿਆ ਸੀ ਬੜੇ ਸਾਲਾਂ ਤੋਂ ਨਿਕਲ ਗਿਆ। ਤੇ ਜਿਨ੍ਹਾਂ ਦੇ ਵਿਆਹ ਵੀ ਰੁਕੇ ਹੋਏ ਨਾ, ਜਿਹੜੇ ਕੁੜੀਆਂ ਨੂੰ ਲਾਰੇ ਲਾ ਕੇ ਬੈਠੇ ਹੋਏ ਨੇ ਜਾਂ ਮੁੰਡਿਆਂ ਨੂੰ ਲਾਰੇ ਲਾ ਕੇ ਬੈਠੇ ਹੋਏ ਨੇ, ਜੇਕੇ ਬੈਂਕ ਦਾ ਰਿਜ਼ਲਟ ਆਏਗਾ ਤੇ ਅਸੀਂ ਤੁਹਾਡੇ ਘਰ ਰਿਸ਼ਤਾ ਲੈ ਕੇ ਆਵਾਂਗੇ। ਤੇ ਜਲਦੀ ਜਾਓ ਤੇ ਬੈਂਕ ਦਾ ਰਿਜ਼ਲਟ ਤੁਹਾਨੂੰ ਪਤਾ ਨਿਕਲ ਗਿਆ ਤੇ ਜਾਓ ਸਾਰੇ ਜਣੇ ਕੰਮ ਕਰੋ। ਪਹਿਲੇ ਮੈਂ ਵੀ ਸਟੋਰੀ ਕੀਤੀ ਸੀ ਇੱਕ ਦਿਨ, ਤੁਹਾਨੂੰ ਮੈਂ ਪਹਿਲੇ ਵੀ ਸੁਣਾਇਆ ਸੀ। ਮੇਰੇ ਜਿਹੜੇ ਸੀਨੀਅਰ ਸੀ ਕਹਿੰਦੇ ਲੋ ਦੇਖੋ ਬੱਚਾ ਅਸੀਂ ਪੇਪਰ ਦੇਣ ਚੱਲੇ ਆ। ਜਦੋਂ ਅਸੀਂ ਜੂਨੀਅਰ ਸੀ ਨਾ ਸਾਨੂੰ ਇਸ ਤਰ੍ਹਾਂ ਕਹਿੰਦੇ ਸੀ, ਚੜਾਉਂਦੇ ਸੀ, ਪੇਪਰ ਦੇ ਰਹੇ ਹਾਂ ਹਮ ਤੋਂ ਬੈਂਕ ਮੇ ਲੱਗਣੇ ਵਾਲੇ ਆ। ਤੇ ਵਿਚਾਰਿਆਂ ਨੂੰ ਕਈ ਸਾਲ ਹੋ ਗਏ ਸੀ। ਹੁਣ ਤੇ ਮੈਨੂੰ ਵੀ 2 ਸਾਲ ਹੋ ਗਏ ਨੇ ਕਾਲਜ ਛੱਡੇ ਹੋਇਆ ਤੇ ਵਿਚਾਰਿਆਂ ਦਾ ਮਸਾ ਰਿਜ਼ਲਟ ਆਇਆ ਤੇ ਮੈਂ ਉਹਨਾਂ ਦਾ ਦੁੱਖ ਜਿਹੜਾ ਸਮਝ ਸਕਦੀ ਹਾਂ ਤੇ ਇਹ ਵੀ ਸਮਝ ਸਕਦੀ ਹਾਂ ਕਿੰਨੀ ਖੁਸ਼ੀ ਹੋਏਗੀ। ਤੇ ਅੱਜ ਮੈਂ ਆਈ ਸੀ ਇੱਕ ਤੇ ਜੀਵਲ ਜਦੋਂ ਵੀ ਆਉ ਨਾ ਇੰਨੇ ਜ਼ਿਆਦਾ ਇੱਥੇ ਇੰਸਟੀਚਿਊਟ ਨੇ ਉਹ ਵੀ ਕਰੀਅਰ ਦੇ ਨਾਮ ਦੇ, ਪਰ ਜਿਹੜਾ ਕਰੀਅਰ ਸਕਸੈਸ ਹੈ ਨਾ ਇਹਦਾ ਇੱਕ ਮਤਲਬ ਮੈਂ ਕਹਿੰਦੀ ਹਾਂ ਅਲੱਗ ਹੀ ਚਾਮ ਹੈ। ਜਦੋਂ ਵੀ ਰਿਜ਼ਲਟ ਆਉਂਦਾ ਤੇ ਮੈਂ ਤੇ ਫੇਸਬੁੱਕ ਤੇ ਇਹਨਾਂ ਦੇ ਬੱਚਿਆਂ ਦੇ ਫੋਟੋ ਹੀ ਦੇਖਣੀ ਆ, ਬਾਕੀ ਕਰੀਅਰ ਵਾਲੇ ਤੇ ਕੋਈ ਲੱਭਦੇ ਨਹੀਂ। ਤੇ ਪਹਿਲੇ ਮੈਂ ਇਹਨਾਂ ਨੂੰ ਪੁੱਛਾਂਗੀ ਰੂਪਵ ਜੀ ਕੀ ਚੱਕਰ ਹੈ? तवलीन जी थैंक यू सो मच, आप आए आज। सबसे पहले तो कॉन्ग्रेचुलेशंस जो भी हमारे स्टूडेंट सेलेक्ट हो रहे हैं। तो अभी जितने भी स्टूडेंट्स हमारे यहाँ के स्टूडेंट हैं जिन्होंने अभी गवर्नमेंट जॉब्स क्वालिफाई की हैं, तो उन सभी को हम मिला रहे हैं अपने स्टूडेंट्स से कि आप उनको मोटिवेट करो, कैसे उन्होंने तैयारी की। तो ये सारा जो हार्डवर्क है, डेडिकेशन है, पेशेंस है, ये सारा हमारे स्टूडेंट्स का है जो दिन रात मेहनत करते हैं। और आज फाइनली इनके एक नहीं दो गवर्नमेंट जॉब्स में इनकी सिलेक्शन। ਦੇਖ ਲਓ ਮੈਂ ਕਹਿੰਦੀ ਆ ਮੇਰੀ ਤਾਂ ਇੱਕ ਵੀ ਨਹੀਂ ਲੱਗੀ, ਇਹਨਾਂ ਦੀ ਦੋ ਲੱਗ ਗਈਆਂ। ਤੇ ਇਹਨਾਂ ਦੇ ਬਾਰੇ 'ਚ ਮੈਂ ਦੱਸਾਂ, ਮੈਂ ਇਹਨਾਂ ਕੋਲ ਕੋਚਿੰਗ ਵੀ ਲਿੱਤੀ ਹੋਈ ਸੀ, ਪਰ ਇਹ ਤਾਂ ਬੱਚਿਆਂ ਤੇ ਡਿਪੈਂਡ ਹੁੰਦਾ, ਉਹਨਾਂ ਨੂੰ ਬੱਚਾ ਨਲਾਇਕ ਨਿਕਲੇ ਤੇ ਮਾਸਟਰਾਂ ਦਾ ਕੀ ਕਸੂਰ ਹੈ। ਅੱਗੇ ਪਿੱਛੇ ਦੇਖ ਸਕਦੇ ਹੋ ਤੁਸੀਂ, ਦੋ ਨੌਕਰੀਆਂ ਵਾਲੇ ਵੀ ਬੈਠੇ ਨੇ ਤੇ ਇੱਧਰ ਬੇਰੋਜ਼ਗਾਰ ਵੀ ਬੈਠੇ ਨੇ। ਤੇ ਮੈਂ ਇਹਨਾਂ ਨੂੰ ਪੁੱਛਿਆ ਸੀ ਕਿਹੜੇ ਤੁਸੀਂ ਐਗਜ਼ਾਮ ਕਲੀਅਰ ਕੀਤੇ, ਮੈਨੂੰ ਭੁੱਲ ਗਏ। ਤੇ ਇਹ ਆਪੇ ਮੁੰਡੇ ਸੁਣਾ ਦੇਣਗੇ ਕਿ ਕਿਹੜੇ ਐਗਜ਼ਾਮ ਕਲੀਅਰ ਕੀਤੇ ਨੇ। ਤੇ ਮੈਂ ਕਹਿਦਾ ਕੈਮਰੇ ਵਾਲੇ ਨੂੰ, ਇਹਨਾਂ ਲਈ ਸਾਈਡ ਕੈਮਰਾ ਮਾਰਿਆ, ਮੇਰੇ ਰਿਸ਼ਤੇਦਾਰ ਨੇ। ਤੇ ਇਹਨਾਂ ਦੀ ਵਜ੍ਹਾ ਨਾਲ ਮੈਨੂੰ ਘਰੋਂ ਜਿਹੜੇ 2 ਦਿਨ ਦੇ ਬੜੇ ਤਾਨੇ ਪੈ ਰਹੇ ਨੇ। ਜਦੋਂ ਰਿਜ਼ਲਟ ਆਇਆ ਇਹਨਾਂ ਨੇ PO ਕਲੀਅਰ ਕਰ ਦਿੱਤਾ ਤੇ ਮੈਂ ਇਸ ਤਰ੍ਹਾਂ ਹੀ ਬੈਠੀ ਹਾਂ ਕੋਚਿੰਗ ਲੈ ਕੇ। ਤੇ ਤੁਹਾਡਾ ਨਾਮ ਕੀ ਹੈ? भार्गव चौधरी। ਭਾਰਗਵ ਚੌਧਰੀ ਜੀ। हाँ जी। ਤੇ ਤੁਸੀਂ ਉਹ ਪਹਿਲੇ ਤੋਂ ਪੇਪਰ ਦਿੱਤੇ ਸੀ ਕਾਲਜ ਟਾਈਮ ਤੋਂ, ਜਾਂ ਹੁਣ ਨਹੀਂ ਦਿੱਤੇ ਸੀ? नहीं मैं 2018 से मैंने प्रिपरेशन स्टार्ट की और उसके बाद फेलियर पे फेलियर और फिर जेके बैंक का PO आ गया पेपर, ये दोबारा कैंसिल हो गया। फिर अब दोबारा हुआ, फाइनली जाके मतलब 2-2.5 साल बाद जाके फाइनली अब बैंकिंग एसोसिएट भी और PO भी दोनों क्लियर हो गए फाइनली। दोनों क्लियर हो गए हाँ हैं, जी। एक भी नहीं। तो की ज्वाइन करना? PO ऑफ कोर्स। PO हां फिर पहले पता नहीं। ते घर दे खुश हैं? और बहुत खुश है, बहुत खुश है। सारे घर वाले रिलेटिव सब बहुत खुश है। ते जो नहीं रिलेटिव भी खुश हैं? हाँ जी, मतलब ऐसे दिखा तो रहे हो कुछ है। सारे सुन लो गाना करना शुरू कर दो। रिलेटिव भी देखेंगे वीडियो। रिलेटिव भी देखेंगे वीडियो, मेरे रिलेटिव है, मैं बड़ी खुश हूं। हाँ जी, मेरा नाम भुपिंदर है। हाँ जी, तो मैं 2019 ਚ प्रिपरेशन स्टार्ट ਕੀਤੀ ਸੀ ਤੇ ਹੁਣ ਮੇਰਾ ਜੇਕੇ ਬੈਂਕ PO ਔਰ ਐਸੋਸੀਏਟ ਦੋਨੋਂ ਹੋ ਗਏ। ਦੋਨੋਂ ਕਲੀਅਰ ਹੋ ਗਏ। ਅੱਛਾ ਤੇ ਘਰ ਦੇ ਕੀ ਰਿਐਕਸ਼ਨ ਸੀ ਜਦੋਂ ਮਤਲਬ ਰਿਜ਼ਲਟ ਆਇਆ? ਜਿਸ ਤਰ੍ਹਾਂ ਮੰਮਾ ਨੂੰ ਸੁਣਾਇਆ, ਮੰਮਾ ਦੇ ਬੀਪੀ ਪੇਸ਼ੈਂਟ ਆਉਂਦਾ, ਬੀਪੀ ਇੱਕਦਮ ਹਾਈ ਕਰ ਗਿਆ। ਮੈਨੂੰ ਫਿਰ ਉਹਨਾਂ ਨੂੰ ਹਸਪੀਟਲ ਲੈ ਜਾਣਾ ਪਿਆ, ਇੰਨੀ ਕੁਝ ਜ਼ਿਆਦਾ ਖੁਸ਼ੀ ਮਿਲ ਗਈ। ਫਿਰ ਉਹਦੇ ਬਾਅਦ ਪਾਪਾ ਵੀ ਬਹੁਤ ਖੁਸ਼ ਸਨ। ਪਾਪਾ ਆਰਮੀ ਪਾਪਾ ਦੇ ਬੀਪੀ ਤੇ ਨਹੀਂ ਆਈ ਹੋਇਆ ਨਾ? ਪਾਪਾ ਠੀਕ ਹੈ, ਪਾਪਾ ਵਧੀਆ ਹੈ ਤੇ ਮੰਮੀ ਠੀਕ ਹੈ ਨਾ ਹੁਣ? ਹੁਣ ਠੀਕ ਹੈ, ਹੁਣ ਠੀਕ ਦੇਖ ਲਓ ਮਾਂ ਪਿਓ ਨੂੰ ਇੰਨੀ ਖੁਸ਼ੀ ਹੋਈ, ਮਾਂ ਪਿਓ ਨੂੰ ਹਸਪੀਟਲ ਜਾਣਾ ਪੈਂਦਾ ਹੈ, ਕੀ ਕਰਨਾ ਫਿਰ। ਤੇ ਹੁਣ ਕੀ ਮਤਲਬ ਕੀ ਤੁਸੀਂ ਕੀ ਜੁਆਇਨ ਕਰਨਾ? ਜੇਕੇ ਬੈਂਕ PO ਹੀ ਕਰਾਂਗੇ। ਜੇਕੇ ਬੈਂਕ PO ਕਰਾਂਗੇ। ਤੇ ਮੈਂ ਸੁਣਿਆ ਸਰ ਰੂਪਵ ਸਰ ਨੇ ਵੀ ਬੜੇ ਜਿਹੜੇ ਨਾ ਐਗਜ਼ਾਮ ਕਲੀਅਰ ਕੀਤੇ, ਤੇ ਮੈਂ ਇਹਨਾਂ ਨੂੰ ਜ਼ਰੂਰ ਪੁੱਛਣਾ ਚਾਹਾਂਗੀ ਕਿ ਤੁਸੀਂ ਕਿਉਂ ਨਹੀਂ ਜੁਆਇਨ ਕੀਤੀ ਕੋਈ ਨੌਕਰੀ? तवलीन जी देखो क्या है कि जो भी स्टूडेंट्स हम पहले काफ़ी देर से ऑलरेडी टीचिंग में हैं, तो आफ्टर क्वालिफाइंग द एग्ज़ाम, तो जब भी स्टूडेंट्स हमारे पास आते हैं हमने एक चीज़ नोटिस की कि यहाँ पे प्रॉपर गाइडेंस मिलना बड़ा मुश्किल है। कारण क्या है कि जैसे कोई स्टूडेंट अगर पढ़ रहा है राइट, तो
वो जो 1-2 साल की प्रिपरेशन होती है, अगर वो राइट गाइडेंस से नहीं होगी तो वो टाइम बिल्कुल आपका वेस्ट हो जाएगा, राइट। तो फिर हम शुरू से ही ऑलरेडी स्टूडेंट्स के साथ टच में रहते थे, तो तब से ही हमने जितने भी स्टूडेंट्स हमारे पास आते हैं हम सभी को गाइड करते हैं कि आप ऐसे ऐसे प्रिपरेशन करिए, तो उनको वो थोड़ा सा एक एज मिल जाता है, जिससे उनका थोड़ा सा जो जर्नी है वो थोड़ा आप कह सकते हो कि सक्सेस वो जल्दी पा लेते हैं, क्योंकि उनको प्रॉपर एक राइट गाइडेंस मिलती है। और वो तभी मिल सकती है कि अगर आप हार्ड वर्किंग हो, आपके अंदर डेडिकेशन हो, पेशेंस हो, तो ही राइट गाइडेंस के साथ कोई भी इंसान जो भी जॉब्स की तैयारी कर रहा है 1-1.5 साल के अंदर आराम से ये एक एवरेज टाइम है किसी एग्ज़ाम को क्वालिफाई करने का, तो आराम से 2-3 एग्ज़ाम्स आप इजीली क्वालिफाई कर सकते हैं। अब हमारे इतने स्टूडेंट सेलेक्ट होते रहते हैं, तो हम आपको पता ही, आप खुद भी देखते होंगे तो मैं खुद भी पढ़ी हूँ। हाँ बिल्कुल बिल्कुल। तो अब क्या है कि अगर आप एक राइट पाथ में चलेंगे और गाइडेंस के साथ चलेंगे तो आपका काम आसान हो जाएगा, बस यही फ़र्क है और कुछ नहीं। ਤੇ ਮੈਂ ਸੁਣਿਆ, ਮੈਂ 3 ਸਾਲ ਤੋਂ ਜਦੋਂ ਉਹਨਾਂ ਨੇ ਪਹਿਲੀ ਵਾਰ ਇੰਸਟੀਚਿਊਟ ਖੋਲ੍ਹਿਆ ਸੀ, ਮੈਂ ਉਸ ਟਾਈਮ ਆਈ ਸੀ, ਤੇ ਹੁਣ ਤੇ ਉਹਨਾਂ ਨੂੰ 2-3 ਸਾਲ ਹੋ ਗਏ ਨੇ। ਬੱਚੇ ਵਧੇ ਜਾਂ ਘਟੇ? देखो क्या है कि हमारे जो स्टूडेंट्स हैं, अपना जो सिलेक्शन बच्चे की होती है तो वो खुद ही अपने फ्रेंड्स वगैरह को सजेस्ट करते हैं हमारे लिए। तो ਨਹੀਂ ਮਤਲਬ ਡਾਇਰੈਕਟ ਕਦੇ ਨਹੀਂ ਕਹਿਣਗੇ ਕਿ ਬੱਚੇ ਵਧੇ ਨੇ, ਨਜ਼ਰ ਲੱਗ ਜਾਂਦੀ ਇਹਨਾਂ ਨੂੰ। नहीं ये बस हमारे बच्चों का जो प्यार है वो रिस्पेक्ट है, बस वही है और कुछ ਦੇਖ ਲਓ ਹਾਲੇ ਵੀ ਨਹੀਂ ਕਹਿੰਦੇ ਵੇ ਕਿ ਬੱਚੇ ਵਧੇ ਨੇ, ਦੇਖ ਲਓ ਤੁਸੀਂ। ਤੇ ਮੈਂ ਵੀ ਨਾ ਫੇਸਬੁੱਕ ਜਦੋਂ ਵੀ ਖੋਲ੍ਹਣੀ ਆ, ਜਦੋਂ ਵੀ ਕੋਈ ਰਿਜ਼ਲਟ ਆਉਂਦਾ ਤੇ ਇਹਨਾਂ ਦੇ ਕਾਫੀ ਬੱਚੇ ਜਿਹੜੇ ਨੇ ਉਹ ਸਿਲੈਕਟ ਹੋਏ ਹੁੰਦੇ ਨੇ। ਤੁਸੀਂ ਵੀ ਵੇਖਿਆ ਹੋਣਾ ਸਾਰਿਆਂ ਨੇ, ਬਹੁਤ ਇਸ ਜਿਹੜਾ ਇਹ ਇੰਸਟੀਚਿਊਟ ਹੈ ਇਹਨਾਂ ਦਾ ਕਾਫੀ ਨਾਮ ਵੀ ਹੈ। ਤੇ ਮੇਰੇ ਨਾਲ ਵੀ ਜਿੰਨੀਆਂ ਕੁੜੀਆਂ ਪੜ੍ਹਦੀਆਂ ਸੀ ਉਹਨਾਂ ਨੇ ਵੀ ਇਹ ਜਿਹੜਾ ਹੈ ਐਗਜ਼ਾਮ ਜਿਹੜਾ ਹੈ ਕੁਆਲੀਫਾਈ ਕੀਤਾ। ਤੇ ਹੁਣ ਅੱਗੇ ਦਾ ਕੀ ਪਲਾਨ ਹੈ ਕਿ ਹੁਣ ਤੇ ਕੋਵਿਡ ਆ ਗਿਆ, ਸਭ ਕੁਝ ਬੰਦ ਹੈ, ਤੇ ਹੁਣ ਕੀ ਕਰਨਾ? तबलीन जी देखिए क्या है, अभी मैंने जैसा कहा ना कि हमारा जो गवर्नमेंट जॉब्स के लिए बच्चे तैयारी करते हैं, राइट, तो हमें उनमें ये पॉजिटिविटी रखनी है। जैसा आप देखो आज से ही आपने देखा कोचिंग इंस्टीट्यूट्स वगैरह, स्कूल्स वगैरह सब बंद है, तो बच्चों को हमने पहले दिन से ही ये फील नहीं होने दिया कि कल से आपकी क्लासेस बंद होंगी। हम फ्री ऑफ कॉस्ट उनके लिए ऑनलाइन क्लासेस शुरू कर रहे हैं। बच्चा घर बैठ के जब तक क्लासेस नहीं चलती घर पे पढ़ेगा। और मैं आपको बताना चाहूँगा हमारे ऑनलाइन कोर्सेज़ के इतने स्टूडेंट्स हैं, उसमें से एक स्टूडेंट है शमशाद, उनका भी जेके बैंक एसोसिएट क्वालिफाई हुआ है, बट वो यहाँ आके नहीं पढ़े हैं, घर से ऑनलाइन पढ़े हैं, ऑनलाइन पढ़े लॉकडाउन में। ਤੇ ਕੀ ਡਿਫਰੈਂਸ ਹੈ ਤੁਹਾਡੀ ਆਨਲਾਈਨ ਕਲਾਸਿਸ ਜਿਹੜੀਆਂ ਹੁੰਦੀਆਂ ਤੇ ਬਾਕੀ ਕਲਾਸਿਸ ਜਿਹੜੇ ਲੋਕੀ ਲੈਂਦੇ ਨੇ? ऑनलाइन क्लासेस में देखिए क्या है कि बच्चे को घर से एक कंफर्टेबल लेवल मिल जाता है कि बच्चा घर से भी पढ़ सकता है। और अगर किसी ने सोचा है कि नहीं मैंने जॉब करनी है, पढ़ना और नौकरी निकालना दोनों अलग अलग चीज़ें, मेरा ये मानना है। अगर आपका टारगेट है कि मैंने करना है, चाहे वो आप ऑनलाइन हो चाहे ऑफलाइन, आप कर सकते हैं, लेकिन 100% एफर्ट स्टूडेंट का ही है, वो बहुत ज़रूरी है। और ऑफलाइन में बस यही है, बच्चा हमारे पास आएगा, हमारे सामने रहेगा, क्या डाउट है क्या है वो जल्दी पूछता है और उससे थोड़ा सा जल्दी हो जाता है एज कम्पेयर टू। ऑनलाइन च बच्चे तंग तो नहीं करते? नहीं ऐसा कुछ नहीं है। अब तंग तो क्लास टीचर पढ़ाते हुए पीछे शरारत करने शुरू नहीं ऐसा नहीं है, बच्चे तो तंग तो करेंगे, तो ये उनका एक ये टाइम है, ये बेसिकली जर्नी है, वो भी इंजॉय करनी चाहिए। ऐसा नहीं कि तंग करे तो हम उसको डांटे। डबल तंग करते हो? नहीं मैं तो बड़ा तंग करता था छोटी क्लास जब छोटे क्लासेस में थे तब फ़ोन शोन तो होते नहीं थे, आपको पता ही, इंटरनेट तो था नहीं, तो वो एक अलग चीज़ थी, बट वो भी ज़रूरी है, वो एक जर्नी का पार्ट है। लेकिन अब ये जैसे दोनों आए हैं तो अब ये दोनों सिलेक्टेड, ऐसे बहुत सारे बच्चे हैं और भी कुछ और बच्चे इसके बाद भी आएंगे, तो इनको आप जब पूछेंगे खुद ही अपनी जर्नी आपको बताएंगे इन्होंने कैसे किया। तो हंसी मजाक भी अपनी जगह मैटर करता है, वो एक जर्नी का पार्ट है। अब ये लगे अब इनको कोई हंसी मजाक नहीं करने वाला, अब इनकी नौकरी चलेगी। ਉਹਨੇ ਦੁਖੀ ਹੋ ਜਾਣੇ ਹੈ ਨਾ। ਨਹੀਂ ਤੇ ਕਿੰਨੇ ਘੰਟੇ ਪੜ੍ਹਦੇ ਸੀ? मतलब मैं सुने ਜਿਹੜੇ पेपर शेपर क्लियर करते पूरा दिन पढ़ते रहते? नहीं ऐसा भी नहीं है। मतलब पहले तो मेन फोकस है बेसिक कंसेप्ट क्लियर करने का 18 में, पहले उसके लिए टाइम देना पड़ा। उसके बाद जब मतलब एक बेस लेवल क्रिएट हो गया, उसके बाद मतलब आप दिन के 2 4 6 5 आवर्स पढ़ो, इनफ है। अगर आप बिल्कुल फोकस होकर पढ़ रहे हो अच्छे से, मतलब उस टाइम पूरा टाइम दे रहे हो। ਜਿਹੜੇ स्टूडेंट इस टाइम प्रिपेयर कर रहे हैं तो उन्होंने की कहना चाहोगे? कंसिस्टेंसी, मतलब ये मत सोचो कि आज मैंने बहुत पढ़ लिया अब कल नहीं पढ़ना, या इस हफ्ते करना ही कुछ नहीं, तो उससे वो आपका वापस ना लेवल डाउन हो जाएगा। मैं तो यही बोलता हूँ कि आप रेगुलर चाहे कम पढ़ो, एक दिन भी ब्रेक नहीं लेनी है? नहीं लेनी एक नहीं जिस हिसाब का इस टाइम है कुछ नहीं ब्रेक लो इस टाइम। मतलब ਮੇਰੇ ਜੈਸੇ ਬੱਚੇ ਨਾ ਇੱਕ ਦਿਨ ਪੜ੍ਹਦੇ ਤੇ ਬਾਕੀ 5 ਦਿਨ ਬ੍ਰੇਕ ਹੀ ਲੈਂਦੇ ਨੇ। ਤੇ ਤੁਸੀਂ ਪੂਰਾ ਦਿਨ ਪੜ੍ਹਦੇ ਹੀ? ਨਹੀਂ ਇਦਾਂ ਦਾ ਨਹੀਂ ਹੈ। ਮੈਂ ਪਹਿਲੇ ਡਿਫੈਂਸ ਐਸਪੀਰੈਂਟ ਸੀ ਤੇ ਮੈਂ ਡਿਫੈਂਸ ਦੀ ਤਿਆਰੀ ਕਰ ਰਿਹਾ ਸੀ, ਡਿਫੈਂਸ ਐਗਜ਼ਾਮ ਵਗੈਰਾ ਦੀ, ਤਾਂ ਉੱਧਰ ਹੋਇਆ ਨਹੀਂ ਤੇ ਹੁਣ ਫਿਰ ਇਹਦੇ ਬੈਂਕ ਦੀ ਤਿਆਰੀ ਕੀਤੀ। ਇੱਦਾਂ ਦਾ ਨਹੀਂ ਕਿ ਮੈਂ ਸਾਰਾ ਦਿਨ ਪੜ੍ਹਦਾ ਸੀ, ਇੱਦਾਂ ਦਾ ਕੁਝ ਨਹੀਂ। ਇੱਥੇ ਆਇਆ, ਇੱਥੇ ਕੋਚਿੰਗ ਵਗੈਰਾ ਲਈ, ਔਰ ਜੋ ਕਨਸੈਪਟ ਸੀ ਮੇਰੀ ਰੀਜ਼ਨਿੰਗ ਵਗੈਰਾ ਵੀਕ ਸੀ, ਉਹ ਮੇਰੀ ਸਟਰੋਂਗ ਹੋ ਗਈ ਉਹਦੇ ਨਾਲ। ਔਰ ਪੜ੍ਹਨ ਵਾਲਾ ਔਰ ਮੇਰਾ ਪਰਟੀਕੂਲਰ ਕੋਈ ਟਾਈਮ ਨਹੀਂ ਸੀ ਕਿ ਇੰਨਾ ਟਾਈਮ ਪੜ੍ਹਨਾ ਹੈ। ਜਦੋਂ ਪੜ੍ਹਨਾ ਕੋਈ ਟੌਪਿਕ ਅਗਰ ਹੈ ਕਿ ਉਹ ਮੈਂ ਕੰਪਲੀਟ ਕਰਨਾ ਹੈ, ਅਗਰ ਉਹਨੂੰ ਜਿੰਨਾ ਮਰਜ਼ੀ ਟਾਈਮ ਲੱਗੇ ਉਹ ਟੌਪਿਕ ਕੰਪਲੀਟ ਕਰਕੇ ਹੀ ਉੱਠਦਾ ਸੀ।
ਹਾਂਜੀ ਤੇ ਪਾਰਟਿਕੂਲਰ ਕੋਈ ਟਾਈਮ ਨਹੀਂ ਸੀ ਕਿ 5 ਘੰਟੇ ਪੜ੍ਹਨੇ ਜਾਂ 6 ਘੰਟੇ ਪੜ੍ਹਨੇ, ਇਦਾਂ ਦਾ ਕੋਈ ਟਾਈਮ ਨਹੀਂ। ਤੇ ਕੁਝ ਕਹਿਣਾ ਚਾਹੋਗੇ ਜਿਹੜੇ ਬੱਚੇ ਤਿਆਰੀ ਕਰ ਰਹੇ ਨੇ, ਤੇ ਮੈਨੂੰ ਵੀ ਕੁਝ ਕਹਿਣਾ ਚਾਹੋਗੇ ਪੜਿਆ ਕਰ ਜਾਂ ਕੁਛ? ਤੂੰ ਵੀ ਪੜ੍ਹਿਆ ਕਰ ਚੱਲ ਹੁਣ ਠੀਕ ਹੈ। ਔਰ ਜਿਹੜਾ ਬੱਚਾ ਕਹਿੰਦਾ ਕਿ ਮੈਂ ਐਵਰੇਜ ਬੱਚਾ ਤੇ ਮੈਂ ਕਰ ਨਹੀਂ ਸਕਦਾ, ਇਹ ਨਹੀਂ ਕਰ ਸਕਦਾ, ਉਹ ਨਹੀਂ ਕਰ ਸਕਦਾ, ਇਦਾਂ ਦਾ ਕੁਝ ਨਹੀਂ ਹੈ। ਤੁਸੀਂ ਪਹਿਲੇ ਬੇਸਿਕ ਕਨਸੈਪਟ ਤੋਂ ਸਟਾਰਟ ਕਰੋ। ਜਦੋਂ ਤੁਹਾਡੇ ਬੇਸਿਕ ਕਨਸੈਪਟ ਕਲੀਅਰ ਹੋ ਗਏ ਤਾਂ ਕਿਉਂਕਿ ਹਰ ਕੋਈ ਪਹਿਲੇ ਸਟਾਰਟਿੰਗ ਤੋਂ ਸਟਾਰਟ ਕਰਦਾ ਹੈ। ਜਦੋਂ ਕੋਈ ਸਟਾਰਟਿੰਗ ਤੋਂ ਸਟਾਰਟ ਕਰਦਾ, ਬੇਸਿਕ ਕਨਸੈਪਟ ਤੋਂ ਸਟਾਰਟ ਕਰਦਾ ਤਾਂ ਉਹ ਫਿਰ ਬੱਲੇ ਬੱਲੇ ਧੀਰੇ ਧੀਰੇ ਮੋਡਰੇਟ ਲੈਵਲ 'ਤੇ ਆਉਂਦਾ, ਫਿਰ ਉਹ ਡਿਫਿਕਲਟ ਜਿਹੜਾ ਪੇਪਰ ਦਾ ਲੈਵਲ ਹੁੰਦਾ ਉਸ ਲੈਵਲ 'ਤੇ ਆਉਂਦਾ। ਅਤੇ ਹਰ ਕੋਈ ਆਉਂਦੇ ਹੀ ਪਹਿਲੇ ਇਹ ਚੀਜ਼ ਨਹੀਂ ਕਰ ਸਕਦਾ। ਜਿਸ ਤਰ੍ਹਾਂ ਮੈਂ ਐਗਜ਼ਾਮਪਲ ਦਾਂ ਕਿ ਅਸੀਂ ਸਟਾਰਟਿੰਗ ਤੋਂ ਪਹਿਲੇ ABC ਸਿੱਖਣੇ ਆ, ਅਸੀਂ ਪਹਿਲੇ ਹੀ ਗ੍ਰਾਮਰ ਦੇ ਉੱਪਰ ਨਹੀਂ ਜਾਂਦੇ। ਤਾਂ ABC ਸਿੱਖਾਂਗੇ ਤਾਂ ਹੀ ਸਾਨੂੰ ਗ੍ਰਾਮਰ ਆਏਗੀ ਅੱਗੇ। ਤੇ ਇसी ਤਰੀਕੇ ਨਾਲ ਕਿ ਪਹਿਲੇ ਆਪਣੀ ਕਨਸੈਪਟ ਬੇਸਿਕ ਕਨਸੈਪਟ ਉਹ ਸਟਰੋਂਗ ਕਰੋ, ਔਰ ਜਿਸ ਫੀਲਡ 'ਚ ਜਾਣਾ ਚਾਹੁੰਦੇ ਹੋ ਉਸ ਦਾ ਸਿਲੇਬਸ ਦੇਖ ਲਓ ਕਿੱਦਾਂ ਦਾ ਸਿਲੇਬਸ ਹੈ, ਕੀ ਉਸ ਦੇ ਐਗਜ਼ਾਮ ਕਿੱਦਾਂ ਦੇ ਆ ਰਹੇ ਆ, ਪਿਛਲੇ ਜਿਹੜੇ ਐਗਜ਼ਾਮ ਹੋਏ ਹੈ ਤੇ ਉਹਨਾਂ ਨੂੰ ਉਹ ਟੈਸਟ ਸੀਰੀਜ਼ ਫੋਲੋ ਕਰ ਲਓ, ਮੌਕ ਟੈਸਟ ਦਿਓ ਤੇ ਉਹ ਤੁਹਾਡਾ ਕਲੀਅਰ ਹੋ ਜਾਏਗਾ। ਤੇ ਇੰਸਟੀਚਿਊਟ ਦੇ ਬਾਰੇ 'ਚ ਕੀ ਕਹਿਣਾ ਚਾਹੋਗੇ? ਇੰਸਟੀਚਿਊਟ ਦੇ ਬਾਰੇ 'ਚ ਮੈਂ 2019 'ਚ ਜੁਆਇਨ ਕੀਤਾ ਸੀ, 3-4 ਮਹੀਨੇ ਦਾ ਕੋਰਸ ਸੀ ਮੇਰਾ। ਔਰ ਪਹਿਲੇ ਤਾਂ ਮੈਨੂੰ ਬੈਂਕਿੰਗ ਦਾ ਕੁਝ ਵੀ ਨਹੀਂ ਪਤਾ। ਮੈਂ ਡਿਫੈਂਸ ਦਾ ਐਗਜ਼ਾਮਸ ਵਗੈਰਾ ਦਿੰਦਾ ਸੀ, ਮੈਂ ਸੋਚਦਾ ਸੀ ਬੈਂਕਿੰਗ ਕਿੰਨੀ ਕਰ ਹਾਰਡ ਹੋਏਗੀ, ਲੇਕਿਨ ਮੈਂ ਪਹਿਲੀ ਵਾਰ ਬਿਨਾਂ ਕੋਚਿੰਗ ਤੋਂ ਦਿੱਤਾ ਹੀ ਤਾਂ ਪਤਾ ਲੱਗ ਗਿਆ ਕਿੰਨੀ ਹਾਰਡ ਹੈ। ਨੰਬਰ ਵੀ ਨਹੀਂ ਦੱਸ ਸਕਦਾ ਕਿਉਂਕਿ ਨੈਗੇਟਿਵ ਵਾਲੇ ਨੰਬਰ ਨਹੀਂ ਦੱਸ ਸਕਦੇ ਚੰਗੇ। ਅੱਛਾ, ਮਤਲਬ 0 ਤੋਂ ਵੀ ਘੱਟ ਹੀ? ਹਾਂ, ਮਤਲਬ ਰੀਜ਼ਨਿੰਗ 'ਚ ਤਾਂ 0 ਤੋਂ ਵੀ ਘੱਟ ਹੀ, ਇੰਨਾ ਬੁਰਾ ਹਾਲ ਸੀ। ਤੇ ਫਿਰ ਇੱਥੇ ਜਦੋਂ ਆਏ ਤੇ ਸਰ ਨੇ ਜਦੋਂ ਕੋਚਿੰਗ ਦਿੱਤੀ ਔਰ ਸਰ ਨੇ ਜੋ ਗਾਈਡੈਂਸ ਦਿੱਤੀ, ਫਿਰ ਉਹ ਪਤਾ ਲੱਗਿਆ ਕਿ ਕਿਹੜੇ ਕੁਐਸਚਨ ਪਹਿਲੇ ਅਟੈਂਪਟ ਕਰਨੇ ਆ, ਕਿਹੜੇ ਕੁਐਸਚਨਸ ਨੂੰ ਬਾਅਦ 'ਚ ਟਾਈਮ ਜ਼ਿਆਦਾ ਲੱਗਦਾ ਹੈ, ਕਿਹੜੇ ਕੁਐਸਚਨਸ ਘੱਟ ਟਾਈਮ 'ਚ ਲੱਗ ਜਾਂਦੇ ਆ। ਮਤਲਬ ਕਿ ਜ਼ਰੂਰੀ ਹੈ ਕੋਚਿੰਗ, ਹੈ ਨਾ, ਕਿਤੇ ਨਾ ਕਿਤੇ ਜ਼ਰੂਰੀ ਹੈ। ਹਾਂਜੀ, ਗਾਈਡੈਂਸ ਲੈਣਾ ਜ਼ਰੂਰੀ ਹੈ, ਕਿਉਂਕਿ ਅਗਰ ਤੁਸੀਂ ਉਹ ਕਰੋਗੇ ਕਿ ਡਾਇਰੈਕਟ ਪੇਪਰ ਦੇਣ ਚਲ ਜਾਓਗੇ, ਤੁਹਾਨੂੰ ਪਤਾ ਨਹੀਂ ਹੋਏਗਾ ਕਿਹੜਾ ਕੁਐਸਚਨ ਪਹਿਲੇ ਅਟੈਂਪਟ ਕਰਨਾ ਹੈ। ਤੁਸੀਂ ਪਹਿਲੇ ਹੀ ਪਜ਼ਲ ਚੁੱਕ ਲੋਗੇ। ਬੈਂਕਿੰਗ ਦੇ ਐਗਜ਼ਾਮ ਦੀ ਐਗਜ਼ਾਮਪਲ ਦਾ ਮੈਂ ਪਹਿਲੇ ਹੀ ਪਜ਼ਲ ਕਰਨ ਲੱਗ ਪਓਗੇ, ਉਹਦੇ 'ਚ ਕਿਤੇ ਅਟਕ ਜਾਓਗੇ, ਫਿਰ ਤੁਹਾਡਾ ਮਾਈਂਡ ਉਸ ਦੀ ਵਜ੍ਹਾ ਨਾਲ ਹੋ ਜਾਏਗਾ ਕਿ ਤੁਸੀਂ ਸੋਚੋਗੇ ਕਿ ਟਾਈਮ ਵੀ ਨਿਕਲ ਰਿਹਾ ਹੈ, ਕਿਉਂਕਿ ਬੈਂਕਿੰਗ 'ਚ ਕੀ ਹੁੰਦਾ ਕਿ ਟਾਈਮ ਮੈਟਰ ਕਰਦਾ ਹੈ, ਤੇ ਤੁਸੀਂ ਅਟਕ ਜਾਓਗੇ ਵਿੱਚ ਕਿਤੇ। ਇਸ ਲਈ ਜਿਹੜਾ ਹੈ ਕਿ ਇੱਕ ਕਿਹੜੇ ਕੁਐਸਚਨਸ ਪਹਿਲੇ ਕਰਨੇ ਆ, ਕਿਹੜੇ ਕੁਐਸਚਨਸ ਬਾਅਦ 'ਚ ਕਰਨੇ ਆ, ਇਹ ਬਹੁਤ ਮੈਟਰ ਕਰਦਾ। ਤੇ ਗਾਈਡੈਂਸ ਲੈਣਾ ਫਿਰ ਉਹਦੇ 'ਚੋਂ ਕਿ ਗਾਈਡੈਂਸ ਜ਼ਰੂਰੀ ਹੈ। ਜੀ। ਤੇ ਇਹਨਾਂ ਦਾ ਕਹਿਣ ਦਾ ਮਤਲਬ ਇਹ ਹੈ ਕਿ ਕੋਚਿੰਗ ਲੈਣਾ ਵੀ ਜ਼ਰੂਰੀ ਹੈ। ਤੇ ਇਸ ਕਰਕੇ ਮੈਂ ਤੁਹਾਨੂੰ ਦੱਸਦਾ ਕਿ ਕਰੀਅਰ ਸਕਸੈਸ ਜਿਹੜਾ ਇਹ ਜੀਵਲ 'ਚ ਹੈ, ਤੇ ਇੱਥੇ ਬਹੁਤ ਅੱਛੇ ਮੈਂ ਤੁਹਾਨੂੰ ਕਿਹਾ ਕਿ ਮੈਂ ਖੁਦ ਵੀ ਕੋਚਿੰਗ ਲਿੱਤੀ ਹੈ। ਮੇਰੇ ਨਾਲ ਦੇ ਜਿੰਨੇ ਵੀ ਮੇਰੀ ਫਰੈਂਡਸ ਹਨ, ਉਹਨਾਂ ਨੇ ਮੇਰੀ ਇੱਕ ਫਰੈਂਡ ਹੈ, ਉਹਨੇ 4 ਪੇਪਰ ਕਲੀਅਰ ਕੀਤੇ ਨੇ ਇੱਥੋਂ ਹੀ ਕੋਚਿੰਗ ਲੈ ਕੇ। ਤੇ ਮੈਂ ਇਸ ਕਰਕੇ ਕਹਾਂਗੀ ਕਿ ਤੁਸੀਂ ਵੀ ਸਾਰੇ ਇੱਥੇ ਆਓ। ਹੁਣ ਤੇ ਚਲੋ ਬੰਦ ਹੈ, ਲੇਕਿਨ ਤੁਸੀਂ ਆਨਲਾਈਨ ਜਿਹੜੀ ਫ੍ਰੀ ਕੋਚਿੰਗ ਵੀ ਤੁਸੀਂ ਇਸ ਇੰਸਟੀਚਿਊਟ ਤੋਂ ਜਿਹੜੀ ਹੈ ਲੈ ਸਕਦੇ ਹੋ। ਤੇ ਵਾਰਗਬ ਜੀ, ਤੁਸੀਂ ਸੁਣਾਓ ਕਿ ਬੱਚਿਆਂ ਨੇ ਕਿਸ ਤਰ੍ਹਾਂ ਪੜ੍ਹਨਾ ਚਾਹੀਦਾ, ਕੀ ਕਰਨਾ ਚਾਹੀਦਾ? ਇੰਸਟੀਚਿਊਟ ਦੇ ਬਾਰੇ 'ਚ ਸੁਣਾਓ ਕਿ ਇੰਸਟੀਚਿਊਟ ਨੇ ਤੁਹਾਨੂੰ ਕਿਸ ਤਰ੍ਹਾਂ ਹੈल्प ਕੀਤਾ, कितना मदद की? इंस्टीट्यूट में मतलब मैं कोई भी बोल रहा हूँ, कोई भी इंस्टीट्यूट, मैंने तो यही चूज़ किया आके और मैं इसी पे लगा रहा। मतलब मैंने 2 साल सर का पीछे नहीं छोड़ा है ना। साइंस रूपम सर ने उन्हें तंग कर दिया, ना रूपम सर को भी नहीं, ना मैं अपनी गल सुना, मैंने तो पकड़ ले आंदे ही क्लास 'च आ जाके पैसे देते हैं। क्योंकि मतलब आप छोड़ आपका कोच खत्म भी होता है कोर्स, उसके बाद अगर आप कनेक्टेड रहोगे तो आपको हेल्प मिलती रहेगी साइड बाय साइड, पता लगता रहेगा अच्छा ये फॉर्म आया, सर बोलेंगे ऐसे प्रिपेयर करो। और अप्रोच बहुत ज़रूरी है बैंकिंग एग्जाम में, क्योंकि आपको ये एम नहीं रखना है कि 35 से 35 क्वेश्चन करने हैं। आप ये जो 25 जो करेंगे वो कैसे करेंगे, और हमें कम, क्योंकि 20 मिनट्स है सिर्फ। तो यहाँ पे आपको ये पता लगेगा पहले हमें सिंप्लीफिकेशन करनी है, जैसे मैथ्स में, रीजनिंग में पहले हम लीनियर इनइक्वालिटी करनी है, वो यहीं से आपको करियर सक्सेस से ही सर की वजह से पता लगा। नहीं तो मैंने भी ऐसे एग्जाम दिया जहाँ पे मतलब अभी 10th क्वेश्चन भी तो पता लगा वहाँ पे एग्जाम खत्म हो गया। तो मैं यही बोलूँगा कि करियर सक्सेस आओ, जो बच्चे यहाँ पे आ रहे हैं, और सर को मतलब पकड़ लो उनको, इनसे सारा ज्ञान ले लो, मतलब जो सब कुछ ले सकते हो ले लो। तो मैं पहले भी कहना, सर ने भी काफ़ी क्लियर किए पेपर, पर उन्होंने डायरेक्टली कोई नहीं दसिया कि उन्होंने ज्वाइनिंग क्यों नहीं पाई। ऐसा तुम दसना चाहोगे? नहीं, बिल्कुल बिल्कुल। इसमें देखो क्या है कि हमारे जो स्टूडेंट्स हैं, आंसर देना भी नहीं, एक्चुअली क्या है, हम चाहते हैं कि जो बच्चे हमारे पास आ रहे हैं तो इनडायरेक्टली इसका बेनिफिट उसको मिले, राइट। जैसे कि बच्चा कोई तैयारी कर रहा है, ऐसे बच्चे भी हैं हमारे पास जो 0.25 मार्क्स से रह गए। आप सोचो कि सिर्फ एक क्वेश्चन अगर उन्होंने ज़्यादा किया होता तो आज वो सिलेक्टेड होते। आजकल कट ऑफ कंपटीशन इतना है कि आप खुद भी जानते हैं, इतना अनएम्प्लॉयमेंट है, तो आज के टाइम पे जॉब लेना एक बहुत ही टफ टास्क है, लेकिन इम्पॉसिबल नहीं है। तो ये हम उनको रोज़ क्लास में ये चीज़ हमें बोलनी पड़ती है कि आप कर सकते हो, कर सकते हो, कर सकते हो, कर सकते हो, तो जाके उसमें से जो समझेगा बात, मोटिवेट होगा, तो वो आगे आपके सामने ही रिजल्ट है। ਤੇ ਤੁਸੀਂ ਦੱਸ ਦਿਓ ਕਿ ਤੁਹਾਡੀ ਕਲਾਸਿਸ, ਤੁਹਾਡੀ ਵੈਬਸਾਈਟ ਕਿਤੇ ਹੋਰ ਤੁਸੀਂ ਬਣਾਈ ਹੈ, ਆਨਲਾਈਨ ਕੋਚਿੰਗ ਤੁਸੀਂ ਦਿੰਦੇ ਹੋ, YouTube ਤੇ ਤੁਹਾਡਾ ਚੈਨਲ ਹੈ, ਤੁਸੀਂ सब कुछ ਸਾਨੂੰ जी, हमारी वेबसाइट है www.careersuccessjammu.com। इस पे सबसे पहले देखिए, सीधा आप तैयारी नहीं शुरू करिए। आप पहले, जैसे हमारे स्टूडेंट ने बताया आपको
पहले आप देखिए आपने किस साइट जाना है, किस एग्ज़ाम के लिए तैयारी करनी है, उसके लिए फ्री नोटिफिकेशंस, फ्री जॉब अलर्ट्स PDF हमारी वेबसाइट पे अवेलेबल है। हमारी एंड्रॉयड ऐप है माई क्लास बाय करियर सक्सेस, जिस पे अब आप देखिए कोचिंग इंस्टीट्यूट्स बंद होने की वजह से सभी क्लासेस अब हमारी ऑनलाइन चलेंगी, राइट, जब तक आपकी क्लासेस यहाँ पे बंद है। इसका बेनिफिट आपको ये होगा, डेली आप टच में रहेंगे। घर पे 15 दिन अगर 30 अप्रैल तक अगर बंद है, इसका मतलब ये नहीं कि अब हम पिछला सारा भूल जाएं, राइट। यहीं से डिफरेंस क्रिएट होगा। कोई बच्चा होगा ऐसा पढ़ता रहेगा 10-15 दिन लगा, कहीं होंगे भूल जाएंगे, जब शुरू होगा तब आएंगे, है ना। तो यहीं से वो आगे पीछे का जो फर्क है ना 2-4 नंबर का, यहाँ से ही आना शुरू हो जाता है जी। ਤੇ ਤੁਹਾਨੂੰ ਪਤਾ ਚੱਲ ਗਿਆ ਹੁਣ, ਮਤਲਬ ਜ਼ਿਆਦਾ ਭੜਕਣ ਦੀ ਕੋਈ ਜ਼ਰੂਰਤ ਨਹੀਂ ਹੈ, ਜਗ੍ਹਾ ਜਗ੍ਹਾ ਪੈਸੇ ਖੱਜਲ ਕਰਨ ਦੀ ਕੋਈ ਜ਼ਰੂਰਤ ਨਹੀਂ ਹੈ। ਕਰੀਅਰ ਸਕਸੈਸ ਆਓ ਤੇ ਸਰ ਨਾਲ ਮਿਲੋ, ਰੂਪਮ ਸਰ ਨੂੰ ਤੁਸੀਂ ਪਕੜ ਲਓ ਹੁਣ, ਜਿਸ ਤਰ੍ਹਾਂ ਇਹਨਾਂ ਨੇ ਕਿਹਾ ਪਕੜ ਕੇ ਰੱਖੋ, ਜਦੋਂ ਤੱਕ ਪੇਪਰ ਕਲੀਅਰ ਨਹੀਂ ਹੁੰਦਾ ਉਦੋਂ ਤੱਕ ਬਿਲਕੁਲ ਨਹੀਂ ਛੱਡਣਾ ਇਹਨਾਂ ਨੂੰ। ਹਾਂ, ਪੈਸੇ ਤੁਸੀਂ 3 ਮਹੀਨੇ ਦੇ ਦੇਣੇ ਨੇ, ਪਰ ਤੁਸੀਂ 3 ਸਾਲ ਤੱਕ ਤੁਹਾਨੂੰ ਇਹਨਾਂ ਨੂੰ ਬਿਲਕੁਲ ਨਹੀਂ ਛੱਡਣਾ ਹੈ। ਤੇ ਆਓ ਸਾਰੇ ਜਣੇ ਐਡਮਿਸ਼ਨ ਕਰਾਓ, ਤੇ ਆਫਲਾਈਨ ਵੀ ਤੁਸੀਂ ਕੋਚਿੰਗ ਲੈ ਸਕਦੇ ਹੋ, ਤੇ ਆਨਲਾइन भी कोचिंग ले सकते हो। तो इस टाइम तो ऑनलाइन चल रही है, जल्दी जल्दी आओ तो एडमिशन कराओ अपनी। तो बाकी तो उन्होंने ਤੁਹਾਨੂੰ ਦੱਸ ਹੀ ਦਿੱਤਾ ਹੈ। ਤੇ ਫੇਸਬੁੱਕ ਤੇ ਟਾਈਮ ਵੇਸਟ ਨਾ ਕਰੋ, ਨਾ ਲੋਕਾਂ ਨੂੰ ਗਾਲਾਂ ਕੱਢਿਆ ਕਰੋ ਕਮੈਂਟਾਂ 'ਚ, ਨਾ ट्विटर ਤੇ ਟਾਈਮ ਵੇਸਟ ਕਰੋ। ट्विटर ਤੇ मैं जानती है ना, मैं ਤੁਹਾਨੂੰ ਸਾਰਿਆਂ ਨੂੰ ਸੁਣਾ, ਮੈਨੂੰ ऐसा लगता सब तो इंटैलीजेंट लोग ट्विटर ਤੇ ਹੀ ਨੇ, पर ऐसा कुछ नहीं है। इंटैलीजेंट लोग इधर बैठे हैं, देखो इधर। तो इस करके आओ तो एडमिशन लो, तो पढ़ो, तो अगे बढ़ो।